खालसा वाहिगुरू जी की फतेह। जो भी संस्था सुन रही हो और जो भी अधिकारी बंधु अपने सरदार बंदे सुन रहे हो तो हमारी मदद करने के कष्ट करें। हम ऐसे जंगलों में पड़ते पानियों में झाड़ के पेड़ के नीचे पशु की तरह जाके बैठे हैं। 2018 ਦੀ ਗੱਲ ਆ। ਉੱਤਰਾਖੰਡ 'ਚ ਹੇਮਕੁੰਟ ਸਾਹਿਬ ਜਾਂਦਿਆਂ ਮੁੰਡਿਆਂ ਨੇ ਮੋਟਰਸਾਈਕਲਾਂ ਤੇ ਨਿਸ਼ਾਨ ਸਾਹਿਬ ਲਾਏ ਸੀ ਤੇ ਉੱਥੋਂ ਦੀ ਪੁਲਿਸ ਨੇ ਧੱਕੇ ਨਾਲ ਨਿਸ਼ਾਨ ਸਾਹਿਬ ਲਵਾ ਦਿੱਤੇ ਤੇ ਮੁੰਡਿਆਂ ਤੇ ਕੇਸ ਵੀ ਪਾਏ ਆ। ਅੱਜ ਜਦੋਂ ਚੀਨ ਦੇ ਬਾਰਡਰ ਤੇ ਫੌਜੀਆਂ ਦੀ ਲੋੜ ਪਈ ਆ ਤੇ ਸਿੱਖ ਰੈਜੀਮੈਂਟ ਦੀਆਂ ਗੱਡੀਆਂ ਇਹਨਾਂ ਨੇ ਉੱਤੇ ਨਿਸ਼ਾਨ ਸਾਹਿਬ ਲਾ ਕੇ ਭੇਜੀਆਂ, ਤਿਰੰਗਾ ਝੰਡਾ ਕੋਈ ਨਹੀਂ ਲਾਇਆ। ਇਹ ਹੁਣ ਵਰਤਨ ਦੀ ਗੱਲ ਆ, ਸਾਨੂੰ ਕਿਸ ਤਰ੍ਹਾਂ ਵਰਤਿਆ ਜਾਂਦਾ। ਸਿੱਖਾਂ ਨੂੰ ਪੰਪ ਦਿੱਤੇ ਜਾਂਦੇ ਆ। ਜਦੋਂ ਨੌਕਰੀ ਦੇਣ ਦੀ ਵਾਰੀ ਆਉਂਦੀ ਆ ਤੇ ਕਹਿੰਦੇ ਕਿ ਸਿੱਖ 2% ਆ, 2% ਨੌਕਰੀਆਂ ਮਿਲਦੀਆਂ ਸਾਨੂੰ, ਦੂਜਿਆਂ ਨੂੰ 100% ਮਿਲਦੀਆਂ। ਤੇ ਜਦੋਂ ਬਾਰਡਰ ਤੇ ਸ਼ਹੀਦ ਹੋਣ ਦੀ ਵਾਰੀ ਆਉਂਦੀ ਆ ਤੇ ਸਾਰੀ ਸਿੱਖ ਰੈਜੀਮੈਂਟ ਹੀ ਭੇਜ ਦਿੰਦੇ ਆ ਉੱਥੇ। ਸਤਿ ਸ਼੍ਰੀ ਅਕਾਲ। ਮੈਂ ਸਵਰਨਬੀਰ ਸਿੰਘ 5K ਬ੍ਰੌਡਕਾਸਟਿੰਗ ਦੇ ਵਿੱਚ ਸਾਰਿਆਂ ਦਾ ਵੈਲਕਮ ਕਰਦਾ ਹਾਂ। ਅੱਜ ਅਸੀਂ ਆਪਣੇ ਪ੍ਰੋਗਰਾਮ ਪਗੜੀ ਸੰਭਾਲ ਜੱਟਾ ਦੀ ਅਗਲੀ ਸੀਰੀਜ਼ ਤੇ ਚੱਲ ਰਹੇ ਹਾਂ। ਅਸੀਂ ਅੱਗੇ ਗੱਲ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸਿੱਖਾਂ ਦੇ ਨਾਲ ਹਿੰਦੁਸਤਾਨ ਦੇ ਵਿੱਚ ਧੱਕਾ ਹੋ ਰਿਹਾ ਵੇ ਔਰ ਸਿੱਖ ਸੰਭਲ ਨਹੀਂ ਪਾ ਰਹੇ ਨੇ। ਜਦੋਂ ਵੀ ਭਾਰਤ ਸਰਕਾਰ ਨੂੰ ਸਿੱਖਾਂ ਦੀ ਲੋੜ ਹੁੰਦੀ ਹੈ ਉਹ ਉਹਨਾਂ ਨੂੰ ਬਾਰਡਰ ਦੇ ਮਰਨ ਵਾਸਤੇ ਭੇਜ ਦਿੰਦੇ ਨੇ ਤੇ ਜਦੋਂ ਉਹਨਾਂ ਦੀ ਲੋੜ ਨਹੀਂ ਹੁੰਦੀ ਉਹਨਾਂ ਨੂੰ ਘਰ ਦੇ ਅੰਦਰ ਹੀ ਤਰ੍ਹਾਂ ਦੇ ਤਸੀਹੇ ਦੇ ਕੇ ਮਾਰਦੇ ਨੇ ਔਰ ਇਸ ਤਰੀਕੇ ਨਾਲ ਮਾਰਦੇ ਨੇ ਕਿ ਦੇਖਣ ਵਾਲੇ ਦੀ ਰੂਹਾਂ ਕੰਬ ਜਾਂਦੇ ਨੇ। ਪਰ ਧੰਨ ਹੈ ਸਿੱਖੀ, ਇਹਨਾਂ ਦੀ ਨਾ ਕਦੀ ਰੂਹ ਕੰਬੀ ਹੈ, ਨਾ ਇਹਨਾਂ ਨੇ ਕਦੀ ਧਿਆਨ ਨਾਲ ਸੋਚਿਆ ਵੇ ਕਿ ਸਾਡੇ ਨਾਲ ਕੀ ਵਾਪਰ ਰਿਹਾ ਵੇ। ਇਸ ਸਾਰੇ ਵਿਸ਼ੇ ਤੇ ਗੱਲ ਕਰਨ ਵਾਸਤੇ ਸਾਡੇ ਨਾਲ ਜੁੜੇ ਨੇ USA ਤੋਂ ਭਜਨ ਸਿੰਘ ਭਿੰਡਰ ਜੀ, ਜਿਹੜੇ ਕਿ ਸਿੱਖ ਐਕਟਿਵਿਸਟ ਨੇ ਔਰ ਲਿਖਾਰੀ ਨੇ ਔਰ ਸਿੱਖਾਂ ਦੀ ਮਾਡਰਨ ਇਤਿਹਾਸ ਦੇ ਉੱਤੇ ਇਹਨਾਂ ਨੇ ਕਾਫੀ ਕੰਮ ਕੀਤਾ ਔਰ ਕਾਫੀ ਡੂੰਘੀ ਵਿਚਾਰਧਾਰਾ ਰੱਖੀ ਹੈ। ਔਰ ਨਾਲ ਹੀ ਸਾਡੇ ਨਾਲ ਮੌਜੂਦ ਨੇ ਸਰਦਾਰ ਇੰਦਰਜੀਤ ਸਿੰਘ ਗਰੇਵਾਲ ਸਾਹਿਬ, ਜਿਹੜੇ ਕਿ ਉਹ ਵੀ USA ਰਹਿੰਦੇ ਨੇ ਔਰ ਇਹਨਾਂ ਵੀ ਆਪਣੀ ਸਿੱਖੀ ਤੇ ਪੰਜਾਬ ਦੀ ਰਾਜਨੀਤੀ ਦੇ ਉੱਤੇ ਕਾਫੀ ਪਕੜ ਹੈ ਔਰ ਆਪਣੀ ਜਿਹੜੀ ਆਨਲਾਈਨ ਅਖਬਾਰ ਹੈ ਬਰਨਿੰਗ ਪੰਜਾਬ ਟਾਈਮ, ਉਸ ਤੇ ਆਪਣੇ ਮਸਲੇ ਕਾਫੀ ਚੁੱਕਦੇ ਨੇ ਔਰ ਕਾਫੀ ਲੋਕਾਂ ਵੱਲੋਂ ਸਰਾਹੇ ਜਾਂਦੇ ਨੇ, ਪੜ੍ਹੇ ਜਾਂਦੇ ਨੇ ਔਰ ਗੌਰ ਕੀਤੇ ਜਾਂਦੇ ਨੇ। ਮੈਂ ਸਭ ਤੋਂ ਪਹਿਲਾਂ ਚਲਾਂਗਾ ਭਜਨ ਸਿੰਘ ਜੀ ਵੱਲ। ਭਜਨ ਸਿੰਘ ਜੀ, ਤੁਸੀਂ ਇਸ ਮਸਲੇ ਨੂੰ ਦੇਖਿਆ ਕਿ ਪਿੱਛੇ ਭਾਰਤ ਤੇ ਚੀਨ ਦੀ ਜਿਹੜੀ ਜਦੋਂ ਜੰਗ ਸ਼ੁਰੂ ਹੋਈ ਤਾਂ ਉਹਨਾਂ ਨੇ ਜਿਹੜੀ ਫੌਜ ਸਭ ਤੋਂ ਅੱਗੇ ਕੀਤੀ ਉਹ ਸਿੱਖ ਰੈਜੀਮੈਂਟ ਨੂੰ ਅੱਗੇ ਕੀਤਾ। ਨਾਲ ਦੇ ਨਾਲ ਤੁਸੀਂ ਦੇਖਿਆ ਕਿ ਮੁਲਕ ਦੇ ਅੰਦਰ UP ਦੇ ਵਿੱਚ, MP ਦੇ ਵਿੱਚ, ਈਵਨ ਪੰਜਾਬ ਦੇ ਵਿੱਚ ਸਿੱਖਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਮਾਰਿਆ ਜਾ ਰਿਹਾ ਹੈ। ਉਹਨਾਂ ਦੀ ਪੱਗਾਂ ਰੋਲ ਰਹੇ ਨੇ, ਬੇਅਦਬੀ ਕਰ ਰਹੇ ਨੇ, ਘਰੋਂ ਬੇਦਖਲ ਕਰਦੇ ਪਏ ਨੇ। ਸਿੱਖਲੀਗਰ ਸਿੱਖਾਂ ਨੂੰ, ਗਰੀਬ ਸਿੱਖਾਂ ਨੂੰ ਜਿਹੜੇ ਕਿ ਵਿਚਾਰੇ ਪੜ੍ਹਨਾ ਲਿਖਣਾ ਵੀ ਨਹੀਂ ਜਾਣਦੇ, ਉਹਨਾਂ ਨੂੰ ਧੱਕੇ ਨਾਲ ਜੇਲ੍ਹਾਂ ਦੇ ਵਿੱਚ ਢੱਕ ਰਹੇ ਨੇ। ਉਹਨਾਂ ਤੇ ਨਾਜਾਇਜ਼ ਹਥਿਆਰ ਬਣਾਉਣ ਦੇ ਜਿਹੜੇ ਆਰੋਪ ਲਗਾਏ ਜਾ ਰਹੇ ਨੇ। ਇਹ ਸਾਰੇ ਮਸਲੇ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਔਰ ਤੁਸੀਂ ਇਹਨੂੰ ਕਿਸ ਨਿਗਾਹ ਨਾਲ ਦੇਖਦੇ? ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਗੱਲ ਕਰਦੇ ਆ ਪਗੜੀ ਸੰਭਾਲ ਜੱਟਾ ਜੀ, ਉਹ ਇੱਕ ਕਾਸਟ ਬੇਸ ਕੋਈ ਗੱਲ ਨਹੀਂ ਸੀ, ਇੱਕ ਰੋਟੀ ਰੋਜ਼ੀ ਦਾ ਮਸਲਾ ਸੀ। ਹਾਂਜੀ, ਲੋਕਾਂ ਦੇ ਜਿਹੜੇ ਬੇਸਿਕ ਰਾਈਟਸ ਨੇ, ਅਰਨਿੰਗ ਰਾਈਟਸ, ਉਹ ਕਿੱਦਾਂ ਪ੍ਰੋਟੈਕਟ ਕੀਤੇ ਜਾਣ। ਸੋ ਇੱਕ ਬੇਸਿਕ ਗੱਲ ਸੀ, ਗਰੀਬ ਲੋਕਾਂ ਦੀ ਗੱਲ ਸੀ, ਕਿਉਂਕਿ ਜਿਹੜੇ ਜੱਟ ਨੇ ਇਹ ਵੀ ਕਾਸਟ ਵਾਈਜ਼ ਤੁਸੀਂ ਕਹਿ ਸਕਦੇ ਆ ਤੇ ਇਹ ਜਿਹੜੀ 4th ਕੈਟੇਗਰੀ ਆ ਇਹ ਉਹਦੇ ਵਿੱਚ ਹੀ ਆਉਂਦੇ ਆ। ਕਈ ਵਾਰੀ ਸਾਨੂੰ ਇਹ ਗੱਲਾਂ ਨਹੀਂ ਚੰਗੀਆਂ ਸੁਣਨ ਨੂੰ ਲੱਗਦੀਆਂ, ਪਰ ਕਿਉਂਕਿ ਗੁਰੂਆਂ ਦੀ ਫਿਲਾਸਫੀ ਇਹ ਆ ਵੀ ਆਮ ਗਰੀਬ ਬੰਦੇ ਨੂੰ ਜਗਾਉਣ ਦੀ ਜਦੋਂ ਗੱਲ ਹੁੰਦੀ ਆ ਤੇ ਉਦੋਂ ਵੀ ਬ੍ਰਾਹਮਣਵਾਦ ਸਾਹਮਣੇ ਆਇਆ ਵੀ ਮੈਂ ਇਹ ਕੰਮ ਨਹੀਂ ਹੋਣ ਦੇਣਾ। ਸੋ ਜਦੋਂ ਪਗੜੀ ਸੰਭਾਲ ਜੱਟਾਂ ਵਾਲੀ ਗੱਲ ਚੱਲੀ, ਸੋ 1907 7 ਜੁਲਾਈ ਜੀ ਇੱਕ ਅਖਬਾਰ ਆ ਈਸਟਰਨ ਡੇਲੀ, ਉਹ ਸਾਊਥ ਈਸਟ ਏਸ਼ੀਆ ਦਾ ਅਖਬਾਰ ਆ, ਸਿੰਗਾਪੁਰ, ਮਲੇਸ਼ੀਆ ਸਾਰੇ ਨਿਕਲਿਆ। ਉਹਦੀ ਮੈਂ ਤੁਹਾਨੂੰ ਖਬਰ ਦੱਸਣ ਡਿਆ। ਉਹਦੀ ਖਬਰ ਆਈ ਆ ਕਿ ਪਗੜੀ ਸੰਭਾਲ ਜੱਟਾ ਇੱਕ ਗੀਤ ਆ ਜਿਹਦੀ ਇਸ ਵੇਲੇ ਕਰੰਸੀ ਬਹੁਤ ਚੱਲਣ ਰਹੀ ਆ। ਉਹ ਲੋਕੀ ਉਹ ਕਨਸੈਪਟ ਨੂੰ ਲਾਈਕ ਕਰਦੇ ਤੇ ਉਹਨੂੰ ਲੋਕਾਂ ਦੇ ਮਨਾਂ ਨੂੰ ਫਾਇਰ ਕਰ ਦਿੱਤਾ। ਪਰ ਨਾਲ ਹੀ ਉਹਨਾਂ ਨੇ ਖਬਰ ਦਿੱਤੀ ਵੀ ਇਸ ਗੀਤ ਨੂੰ ਕਾਊਂਟਰ ਕਰਨ ਨੂੰ ਜਿਹੜੀ ਇਹਦੀ ਓਪੋਜੀਸ਼ਨ ਆ, ਉਹਨਾਂ ਗੀਤ ਲਿਖਿਆ ਧੋਤੀ ਸੰਭਾਲ, ਹਿੰਦੂ ਧੋਤੀ ਸੰਭਾਲ। ਸੋ ਤੁਸੀਂ ਵੇਖੋ ਵੀ 1907 ਜਿਹੜੇ ਈਸਟਰਨ ਡੇਲੀ ਸਾਊਥ ਏਸ਼ੀਆ ਦੇ ਜਿਹੜੇ ਅਖਬਾਰ ਨੇ ਉਹ ਇਹ ਨਿਊਜ਼ਾਂ ਕਵਰ ਕਰ ਰਹੇ ਆ ਵੀ ਜਿਹੜੇ ਫ੍ਰਿਕਸ਼ਨ, ਇਹ ਜਿਹੜੇ ਫਾਊਂਡੇਸ਼ਨਲ ਕਹਿ ਲਓ ਵੀ ਫ੍ਰੈਕਚਰਸ ਨੇ, ਇਹ ਕਿਸੇ ਨਾ ਕਿਸੇ ਰੂਪ ਵਿੱਚ ਇਹ ਆਏ ਆ। ਸੋ ਇਹ ਸਾਡੀ ਬੇਸ ਦੇ ਵਿੱਚ ਤੁਸੀਂ ਅੰਡਰਸਟੈਂਡ ਕਰ ਸਕਦੇ ਹੋ ਵੀ ਕਿੰਨਾ ਡੀਪ ਆ ਵੀ ਜਿਹੜੀ ਜੋ ਪੱਗ ਦੀ ਗੱਲ ਕਰਦੇ ਆ ਆਪਾਂ, ਸਿੱਖੀ ਦੀ ਗੱਲ ਕਰਦੇ ਆ ਤੇ ਰਾਈਟ ਵੇ ਇਹ ਜਿਹੜੀਆਂ ਫੋਰਸਾਂ ਇਹ ਸਾਹਮਣੇ ਆਉਂਦੀਆਂ ਰਹੀਆਂ ਤੇ ਗੁਰੂਆਂ ਦੇ ਸਮੇਂ ਤੋਂ ਆਉਂਦੀਆਂ ਰਹੀਆਂ, ਵਿਚਕਾਰ ਵੀ ਆਉਂਦੀਆਂ ਰਹੀਆਂ
ਤੇ ਅੱਜ ਵੀ ਜਿੱਦਾਂ ਤੁਸੀਂ ਦੱਸਿਆ ਵੀ ਪੂਰਾ ਜ਼ੁਲਮ ਤਸ਼ੱਦਦ ਸਿੱਖਾਂ ਤੇ ਕਰ ਰਹੇ ਨੇ, ਪਰ ਫਿਰ ਵੀ ਜਿਹੜੇ ਸਾਡੇ ਨੌਜਵਾਨ ਹੈਗੇ ਨੇ ਸਿੱਖ, ਉਹਨਾਂ ਨੂੰ ਫਰੰਟ ਲਾਈਨ ਤੇ ਸਭ ਤੋਂ ਪਹਿਲਾਂ ਭੇਜਦੇ ਨੇ ਬੰਦ ਵਾਸਤੇ। ਜੀ, ਤੇ ਇਹ ਵੀਰ ਜੀ ਇਹ ਜਿਹੜਾ ਮਸਲਾ ਹੋ ਰਿਹਾ ਵੇ, ਤੁਸੀਂ ਦੇਖੋ ਕਿ ਉਦਾਂ ਅਸੀਂ ਕਹਿੰਦੇ ਆ ਕਿ ਸਿੱਖ 2% ਨੇ, ਪਰ ਹੁਣ ਜਿਹੜੇ 20 ਫੌਜੀ ਮਰੇ ਨੇ ਚੀਨ ਦੇ ਵਿੱਚ, ਉਹਦੇ ਵਿੱਚ 5 ਸਿੱਖ ਨੇ। ਸ਼ਹਾਦਤ ਦੇਣ ਵੇਲੇ ਜਿਹੜੀ ਗਿਣਤੀ ਹੈ 20% ਤੋਂ ਵੀ ਉੱਤੇ ਚਲੀ ਜਾਂਦੀ ਹੈ, ਪਰ ਹੱਕ ਮੰਗਣ ਵੇਲੇ ਅਸੀਂ 2% ਤੋਂ ਵੀ ਥੱਲੇ ਗਿਣੇ ਜਾਂਦੇ ਹਾਂ। ਇਹ ਵੀਰ ਜੀ ਮੈਂ ਗਰੇਵਾਲ ਜੀ ਤੁਹਾਡੇ ਕੋਲ ਪੁੱਛਾਂਗਾ ਕਿ ਇਸ ਮਸਲੇ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਵੇ ਔਰ ਸਿੱਖਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ? ਸਿੱਖਾਂ ਨੂੰ ਇਹ ਗੱਲ ਕਿਉਂ ਨਹੀਂ ਸਮਝ ਆ ਰਹੀ, ਇਸ ਦਾ ਮੁੱਖ ਕਾਰਨ ਆ ਕਿ ਸਾਡਾ ਜਿਹੜਾ ਬੌਧਿਕ ਪੱਧਰ ਆ, ਇੰਟੈਲੈਕਚੁਅਲਿਟੀ ਜੋ ਸਿੱਖਾਂ ਦੇ ਵਿੱਚ ਆ, ਉਹ ਬਹੁਤ ਜ਼ਿਆਦਾ ਡਾਊਨ ਚਲੀ ਗਈ ਆ, ਜਾਂ ਉਹ ਲਿਆਂਦੀ ਗਈ ਆ। ਜੀ ਹਾਂ, ਇਹ ਜ਼ਿਆਦਾ ਕਰੈਕਟ ਵਰਡ ਹੈ। ਹਾਂ, ਹਾਲਾਂਕਿ ਗੁਰੂ ਸਾਹਿਬ ਦੇ ਸਮੇਂ ਤੋਂ ਬਾਅਦ ਹੀ ਇਸ ਢੰਗ ਦੇ ਤੌਰ ਤਰੀਕੇ ਵਰਤੇ ਗਏ ਨੇ ਕਿ ਸਿੱਖਾਂ ਨੂੰ ਡੀਮੋਰਲਾਈਜ਼ ਕੀਤਾ ਜਾਵੇ, ਉਹਨਾਂ ਨੂੰ ਗਿਆਨ ਨਾ ਆਉਣ ਦਿੱਤਾ ਜਾਵੇ। ਅਸਲ ਦੇ ਵਿੱਚ ਗੁਰੂ ਸਾਹਿਬ ਦਾ ਜਿਹੜਾ ਸਾਰਾ ਪੈਰਾਡਾਈਮ ਸੀ, ਜੋ ਸਾਰੀ ਮੂਵਮੈਂਟ ਸੀ ਉਹਨਾਂ ਦੀ, ਉਹ ਇਹੀ ਸੀ ਕਿ ਗਰੀਬ ਸਿੱਖਾਂ ਨੂੰ, ਗਰੀਬ ਲੋਕਾਂ ਨੂੰ ਮੈਂ ਉਸ ਉੱਚੇ ਪੱਧਰ ਤੇ ਲੈ ਕੇ ਜਾਵਾਂ, ਉਹਨਾਂ ਕੋਲੇ ਉਨਾ ਹੀ ਗਿਆਨ ਹੋਵੇ, ਉਹ ਉਨੇ ਹੀ ਕਾਮਯਾਬ ਹੋਣ ਜਿੰਨੇ ਕਿ ਉੱਚੀਆਂ ਜਾਤਾਂ ਦੇ ਸੀ, ਔਰ ਉਹ ਕਾਮਯਾਬ ਵੀ ਹੋਏ। ਰਾਈਟ, 240 ਸਾਲ ਤੱਕ ਦਾ ਇਹ ਇੱਕ ਵੱਡਾ ਮਤਲਬ ਸਫ਼ਰ ਸੀ ਜੀ, ਜਿਹੜਾ ਗੁਰੂ ਸਾਹਿਬ ਦੇ ਸਮੇਂ ਤੱਕ ਗਿਆ। ਔਰ ਗੁਰੂ ਸਾਹਿਬ ਦੇ ਸਮੇਂ ਤੋਂ ਬਾਅਦ ਜਦੋਂ ਹੀ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਉਂਦੇ ਨੇ, ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਸ਼ਾਨਦਾਰ ਰਿਪਬਲਿਕ ਰਾਜ ਖੜਾ ਕੀਤਾ। ਠੀਕ ਹੈ ਜੀ, ਫਿਰ ਚਲੋ ਉੱਥੇ ਫਿਰ ਸਿੱਖਾਂ ਦੀ ਜਿਹੜੇ ਅੰਦਰ ਮਤਲਬ ਸਿੱਖਾਂ ਦੇ ਵਿੱਚ ਜਿਹੜੇ ਬ੍ਰਾਹਮਣਵਾਦ ਗੁਰੂ ਸਾਹਿਬ ਦੇ ਸਮੇਂ ਤੋਂ ਚੱਲਿਆ ਆ ਰਿਹਾ ਸੀ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਚੱਲ ਰਿਹਾ ਸੀ। ਸੋ ਉਹਨਾਂ ਨੇ ਆਪਣੀਆਂ ਖੇਡਾਂ ਖੇਡ ਕੇ ਉਸ ਰਾਜ ਨੂੰ ਜ਼ਿਆਦਾ ਲੰਬਾ ਨਹੀਂ ਚੱਲਣ ਦਿੱਤਾ। ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਇੱਕ ਸਿੱਖ ਬਲੈਕ ਹੋਲ ਦੇ ਵਿੱਚ ਚਲੇ ਜਾਂਦੇ ਨੇ, ਜਿੱਥੇ ਕਿ ਉਹਨਾਂ ਕੋਲ ਕੋਈ ਖਾਸ ਵੱਡਾ ਲੀਡਰ ਨਹੀਂ ਸੀ। ਉਸ ਟਾਈਮ ਬ੍ਰਾਹਮਣਵਾਦ ਨੇ ਆਪਣੀ ਗੇਮ ਵੱਡੀ ਖੇਡੀ ਤੇ ਅਸੀਂ ਉਹਨਾਂ ਦੇ ਵਿਕਟਮ ਬਣਦੇ ਚਲੇ ਗਏ, ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਆਉਂਦੇ ਚਲੇ ਗਏ। 47 ਮੌਕੇ ਸਾਡੇ ਕੋਲੇ ਮੌਕਾ ਸੀ ਕਿ ਅਸੀਂ ਕੁਝ ਕਰ ਲੈਂਦੇ, ਆਪਣਾ ਕੁਝ ਬਣਾ ਲੈਂਦੇ, ਪਰ ਸਾਡੀ ਲੀਡਰਸ਼ਿਪ ਨੇ ਬੇਸਿਕਲੀ ਆਪਣੇ ਹੱਥ ਵੱਢ ਕੇ ਦੇਤੇ ਉਹਨਾਂ ਨੂੰ। ਸੋ ਅੱਜ ਅਸੀਂ ਜਿਹੜੇ ਹੱਥ ਉਸ ਟਾਈਮ 47 ਚ ਵੱਢ ਕੇ ਦਿੱਤੇ ਸੀ, ਅਸੀਂ ਉਹ ਖਮਿਆਜਾ ਅੱਜ ਭੁਗਤ ਰਹੇ। ਠੀਕ ਹੈ ਜੀ, ਇੱਕ ਪਾਸੇ ਤੁਸੀਂ 84 ਚ ਦੇਖਿਆ ਕਿ ਜਿਉਂਦੇ ਸਿੱਖਾਂ ਨੂੰ ਅੱਗ ਲਾ ਕੇ ਫੂਕਿਆ ਗਿਆ, ਸਿੱਖਾਂ ਨੂੰ ਗਦਾਰੀ ਦੇ ਤਗਮੇ ਦਿੱਤੇ ਗਏ। ਈਵਨ ਇੰਦਰਾ ਗਾਂਧੀ ਦੀ ਆਪਣੀ ਜਿਹੜੀ ਡਾਟਰ ਇਨ ਲਾ ਸੀ, ਉਸ ਨੂੰ ਵੀ ਗਦਾਰ ਦੀ ਬੇਟੀ ਕਿਹਾ ਗਿਆ। ਤੇ ਹੁਣ ਜਦੋਂ ਬਾਰਡਰ ਤੇ ਲੜਨ ਦੀ ਗੱਲ ਆਉਂਦੀ ਆ, ਉਦੋਂ ਸਿੱਖਾਂ ਨੂੰ ਸ਼ਹੀਦ ਬਣਾ ਦਿੱਤਾ ਜਾਂਦਾ। ਪਰ ਅਸੀਂ ਇੰਨੇ ਮੂਰਖ ਆ ਕਿ ਅਸੀਂ ਉਹਨਾਂ ਦੀਆਂ ਗੱਲਾਂ ਦੇ ਵਿੱਚ ਫਸੇ ਜੀ। ਹਾਂ, ਹੁਣ ਪੰਜਾਬ ਦੇ ਵਿੱਚ ਦੇਖੋ, ਸਾਡੇ ਨੌਜਵਾਨ ਜਿਹੜੇ ਨੇ ਉਹ ਸਿਰਫ ਇਸੇ ਗੱਲ ਤੇ ਖੁਸ਼ ਹੋਈ ਜਾਂਦੇ ਨੇ ਜੀ, ਇੰਡੀਅਨ ਜਿਹੜੇ ਵਹੀਕਲਸ ਨੇ ਉਹਨਾਂ ਤੇ ਸਿੱਖਾਂ ਦਾ ਝੰਡਾ ਲਾਤਾ। ਮਤਲਬ ਜਿਹੜੀ ਕੌਮ ਦਾ ਬੌਧਿਕ ਪੱਧਰ ਇੰਨਾ ਕਾ ਕਿ ਉਹ ਸਿਰਫ ਝੰਡਾ ਲਾਉਣ ਤੇ ਖੁਸ਼ ਹੋ ਜਾਂਦੀ ਆ, ਫਿਰ ਉਹ ਉਹਨਾਂ ਦੇ ਵਿਕਟਮ ਬਣਦੇ ਰਹਿਣਗੇ, ਬਣਦੇ ਆਏ ਨੇ, ਹੁਣ ਬਣ ਰਹੇ ਨੇ। ਮੈਂ ਤੁਹਾਨੂੰ ਇੱਥੇ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਾਂ ਕਿ ਲਾਸਟ ਈਅਰ ਜਾਂ 2 ਸਾਲ ਪਹਿਲਾਂ ਕੁਝ ਸਿੱਖ ਉੱਤਰਾਖੰਡ ਗੁਰਦੁਆਰਿਆਂ ਦੀ ਯਾਤਰਾ ਵੱਲ ਜਾ ਰਹੇ ਸਨ। ਉਹਨਾਂ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਨਿਸ਼ਾਨ ਸਾਹਿਬ ਲਗਾਇਆ ਸੀਗਾ ਤੇ ਉੱਤਰਾਖੰਡ ਦੀ ਪੁਲਿਸ ਨੇ ਉਹਨਾਂ ਨੂੰ ਹਰਾਸ ਕੀਤਾ। ਉਹ ਜਿਹੜੇ ਨਿਸ਼ਾਨ ਸਾਹਿਬ ਸਨ ਉਹ ਹੱਥਾਂ ਨਾਲ ਲਾਏ, ਤੋੜੇ ਔਰ ਉਹਨਾਂ ਨੂੰ ਚੰਗੀ ਤਰ੍ਹਾਂ ਪਰੇਸ਼ਾਨ ਕੀਤਾ ਕਿ ਇਹ ਜਿਹੜਾ ਝੰਡਾ ਵੇ, ਇਹ ਖਾਲਿਸਤਾਨ ਦਾ ਝੰਡਾ ਵੇ, ਤੁਸੀਂ ਆਪਣੇ ਮੋਟਰਸਾਈਕਲਾਂ ਤੇ ਜਾਂ ਵਹੀਕਲਸ ਤੇ ਨਹੀਂ ਲਾ ਸਕਦੇ। ਔਰ ਜਦੋਂ ਚੀਨ ਨਾਲ ਲੜਨ ਦੀ ਗੱਲ ਆਉਂਦੀ ਹੈ ਜਾਂ ਪਾਕਿਸਤਾਨ ਨਾਲ ਲੜਨ ਦੀ ਗੱਲ ਆਉਂਦੀ ਹੈ ਤਾਂ ਉਹੀ ਝੰਡੇ ਲਗਾ ਕੇ ਉਹਨਾਂ ਨੂੰ ਰਵਾਨਾ ਕੀਤਾ ਜਾਂਦਾ ਵੇ, ਜਾਓ। ਇੰਨਾ ਵੀ ਨਹੀਂ ਅਸੀਂ ਸਮਝ ਪਾ ਰਹੇ ਕਿ ਸਾਡੇ ਨਾਲ ਬੜੀ ਵੱਡੀ ਸਾਜ਼ਿਸ਼ ਹੋ ਰਹੀ ਹੈ। ਔਰ ਅਗਰ ਅਸੀਂ ਥੋੜਾ ਜਿਹਾ ਪਿੱਛੇ ਚਲੀਏ, ਦੇਖੋ ਸਿੱਖ ਦਾ ਜਿਹੜਾ ਮੇਨ ਮੁਲਕ ਸੀਗਾ, ਮੇਨ ਜਿਹੜਾ ਰਹਿਣ ਦਾ ਜਗ੍ਹਾ ਸੀ, ਉਹ ਪੰਜਾਬ ਸੀ। ਜਿਹੜੀ ਸਿੱਖ ਰੈਜੀਮੈਂਟ ਸੀ ਉਹ ਪੰਜਾਬ ਦੀ ਹੀ ਰੈਜੀਮੈਂਟ ਸੀ, ਪੰਜਾਬ ਸਿੱਖ ਉੱਥੇ ਸੀਗਾ। ਹਾਂਜੀ, ਇੱਥੇ ਸਿੱਖ ਫੌਜ ਪੰਜਾਬ ਦੇ ਵਿੱਚ ਤਾਕਤਵਰ ਨਾ ਹੋ ਜਾਵੇ ਆਪਣੇ ਰਾਜ ਦੇ ਵਿੱਚ, ਇਹਨਾਂ ਨੇ ਸਿੱਖਾਂ ਦਾ ਜਿਹੜਾ ਰੈਜੀਮੈਂਟ ਦਾ ਦਫ਼ਤਰ ਸੀਗਾ ਉਹ ਆਜ਼ਾਦੀ ਤੋਂ ਬਾਅਦ ਚੱਕ ਕੇ ਮਾਰਿਆ ਰਾਂਚੀ ਦੇ ਵਿੱਚ, ਝਾਰਖੰਡ ਦੇ ਵਿੱਚ, ਬਿਹਾਰ ਦੇ ਵਿੱਚ, ਕਿ ਜਿਹੜਾ ਸਿੱਖ ਹੋਏ ਪੰਜਾਬ ਤੋਂ ਟੁੱਟ ਕੇ ਉਹ ਹਜ਼ਾਰਾਂ ਮੀਲ ਦੂਰ ਉੱਥੇ ਰਹੇਗਾ, ਲੋੜ ਪੈਣ ਤੇ ਉਹ ਆਪਣੇ ਮੁਲਕ ਅਗਰ ਪੈ ਗਈ ਤਾਂ ਪਰਤ ਕੇ ਵਾਪਸ ਨਹੀਂ ਆ ਪਾਏਗਾ। ਔਰ ਇਹੀ ਗੱਲ ਹੋਈ ਸੀ 1984 ਦੀ। ਯਾਨੀ ਕਿ ਇਹ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਕਾਫੀ ਪਹਿਲਾਂ ਤੋਂ ਚਲਦੀਆਂ ਆ ਰਹੀਆਂ ਨੇ।
ਔਰ ਸਾਨੂੰ ਅਗਰ 1984 ਦੇ ਵਿੱਚ ਇਹ ਗੱਲਾਂ ਖੁੱਲ ਕੇ ਆਈਆਂ ਸਨ, ਅਸੀਂ ਉਦੋਂ ਤਾਂ ਛੋਟੇ ਹੁੰਦੇ ਸੀਗੇ, ਲੇਕਿਨ ਅਖਬਾਰਾਂ ਦੀਆਂ ਖਬਰਾਂ ਸਾਨੂੰ ਯਾਦ ਨੇ ਕਿ ਜਿਹੜੇ ਫੌਜੀ ਉੱਥੋਂ ਰਾਂਚੀ ਤੋਂ ਆਉਣਾ ਚਾਹੁੰਦੇ ਸੀਗੇ ਉਹ ਨਹੀਂ ਆ ਪਾਏ ਸਨ, ਉਹਨਾਂ ਨੂੰ ਰਸਤੇ ਰੋਕਤਾ ਗਿਆ ਸੀ ਜਾਂ ਮਾਰਤਾ ਗਿਆ ਸੀ। ਤੇ ਇਹ ਭਿੰਡਰ ਸਾਹਿਬ, ਇਹ ਕਿਧਰੇ ਇਹ ਤਾਂ ਨਹੀਂ ਕਿ ਇਹ ਸਾਰਾ ਜਿਹੜਾ ਚੱਕਰ ਹੈ ਇਹ RSS ਦਾ ਚੱਕਰ ਕਦੀ ਸਾਹਮਣੇ ਨਹੀਂ ਆਈ, ਕਦੀ ਇੰਦਰਾ ਗਾਂਧੀ ਸਾਹਮਣੇ ਆਈ ਹੈ ਜਾਂ ਕਦੀ ਰਾਜੀਵ ਗਾਂਧੀ ਸਾਹਮਣੇ ਆਇਆ ਵੇ, ਇਹ ਗੇਮ ਸਾਰੀ ਜਿਹੜੀ ਖੇਡਦੀ ਪਈ ਹੈ ਪਿੱਛੇ ਇਹ ਭਗਵਾ ਬ੍ਰਿਗੇਡ ਹੀ ਖੇਡਦੀ ਪਈ ਹੈ ਤੇ ਸਿੱਖ ਕਦੀ ਸਮਝ ਨਹੀਂ ਪਾ ਰਹੇ, ਉਹਨਾਂ ਨਾਲ ਹੀ ਯਾਰੀ ਗੰਢ ਕੇ ਬੈਠੇ ਹੋਏ ਨੇ। ਸੋ ਜਿਹੜੀ ਹੈ ਨਾ, ਜਿੱਦਾਂ ਤੁਹਾਨੂੰ ਦੱਸਿਆ ਵੀ ਜਿਹੜਾ ਸਭ ਤੋਂ ਪਹਿਲੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜੀ, ਉਹ ਗੁਰੂ ਅਰਜਨ ਪਾਤਸ਼ਾਹ ਦੇ ਸਮੇਂ ਹੋਇਆ, ਤੇ ਉਹ ਹਮਲਾਵਰ ਸੀ ਬੀਰਬਲ, ਜਿਹੜਾ ਅਕਬਰ ਦਾ ਜਨਰਲ ਬਣ ਕੇ ਆਇਆ ਸੀ ਜੀ, ਤੇ ਉਹ ਕਿਸੇ ਬਗਾਵਤ ਨੂੰ ਰੋਕਣ ਗਿਆ ਸੀ ਤੇ ਉੱਥੇ ਹੀ ਮੁਗਲਾਂ ਦੇ ਵਾਸਤੇ ਉਹ ਫੌਜ ਦੇ ਵਿੱਚ ਉਹ ਪੂਰਾ ਹੋਇਆ ਉੱਥੇ। ਹਾਂਜੀ, ਉਹ ਜੰਗ ਹਾਰ ਗਿਆ, ਪਰ ਉਹ ਜਾਂ ਅੰਮ੍ਰਿਤਸਰ ਆਇਆ ਤੇ ਉਹਨੇ ਬਹੁਤ ਪੈਸੇ ਮੰਗੇ ਗੁਰੂ ਅਰਜਨ ਪਾਤਸ਼ਾਹ ਤੋਂ, ਤੇ ਜਾਣ ਲੱਗੇ ਇਹ ਕਹਿ ਗਿਆ ਵੀ ਹੁਣ ਮੈਂ ਜੰਗ ਵੱਲ ਜਾ ਰਿਹਾ ਤੇ ਜਦੋਂ ਮੈਂ ਵਾਪਸ ਆਊਂਗਾ, ਜੇ ਤੁਸੀਂ ਇੰਨਾ ਟੈਕਸ ਇੰਨਾ ਮਾਮਲਾ ਨਾ ਦਿੱਤਾ ਤੇ ਮੈਂ ਸਾਰਾ ਹੀ ਅੰਮ੍ਰਿਤਸਰ ਜਿਹੜਾ ਮੈਂ ਆਈ ਵਿਲ ਰੇਜ਼ ਇਟ ਟੂ ਦ ਗਰਾਊਂਡ, ਮੈਂ ਤਬਾਹੀ ਕਰ ਦੂੰਗਾ। ਸਿੱਖਾਂ ਨੇ ਬੜੀ ਖੁਸ਼ੀ ਮਨਾਈ ਵੀ ਚਲੋ ਉੱਥੇ ਉਹ ਪੂਰਾ ਹੋ ਗਿਆ, ਨਹੀਂ ਤੇ ਇੱਥੇ ਅੰਮ੍ਰਿਤਸਰ ਤੇ ਬਹੁਤ ਵੱਡਾ ਉਹਨੇ ਤਬਾਹੀ ਹੋਰ ਕਰ ਦੇਣੀ ਸੀ। ਸੋ ਇਸ ਚੀਜ਼ ਨੂੰ ਲੈ ਕੇ ਇੱਕ ਕ੍ਰਿਸਚੀਅਨ ਲੀਡਰ ਹੈ ਜੀ, ਜੌਨ ਦਿਆਲ, ਵੈਰੀ ਵੈਲ ਨੋਨ ਕ੍ਰਿਸਚੀਅਨ ਲੀਡਰ, ਐਕਟਿਵਿਸਟ, ਉਹ ਕਹਿੰਦਾ ਵੀ ਮੈਂ ਕਈ ਵਾਰੀ ਇਹ ਗੱਲ ਕਹਿ ਚੁੱਕਾ ਵੀ ਜਦੋਂ ਦਿੱਲੀ ਵਿੱਚ ਜੀਨੋਸਾਈਡ ਸਿੱਖਾਂ ਦੀ ਕੀਤੀ ਗਈ ਆ, ਹਮੇਸ਼ਾ ਬਾਰ-ਬਾਰ ਕਿਹਾ ਜਾਂਦਾ ਵੀ ਕਾਂਗਰਸ ਨੇ ਹਮਲਾ ਕੀਤਾ, ਕਹਿੰਦਾ ਮੈਂ ਕਮਿਸ਼ਨਰਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਵੀ ਮੇਰੀ ਗਵਾਹੀ ਲਓ, ਮੈਂ ਕੱਲੇ ਗੁੰਡੇ ਮਗਰ RSS ਦਾ ਗੁੰਡਾ ਨਾਲ ਸੀ, ਜਿੱਥੇ RSS ਦਾ ਗੁੰਡਾ ਸੀ ਨਾਲ ਕਾਂਗਰਸ ਦਾ ਗੁੰਡਾ ਸੀ, ਉੱਥੇ RSS ਦਾ ਗੁੰਡਾ ਬਰਾਬਰ ਸਿੱਖਾਂ ਤੇ ਅਟੈਕ ਕਰ ਰਿਹਾ ਸੀ ਜੀ। ਸੋ ਇੱਥੇ ਫਿਰ ਤੁਹਾਨੂੰ ਮੈਂ ਅਮਰੀਕਾ ਵੱਲ ਧਿਆਨ ਦਿਵਾਉਣਾ ਜੀ, ਇੱਥੇ ਸਾਡੇ ਸਕੂਲ ਕਰਿਕੂਲਮ ਦੀ ਪੜ੍ਹਾਈਆਂ ਦੀਆਂ ਤਬਦੀਲੀਆਂ ਤੇ ਸੁਜੈਸ਼ਨਸ ਲੈਂਦੇ ਨੇ। ਸੋ 2011, 12, 13, 14 ਵਿੱਚ ਇੱਥੇ ਹਿੰਦੂ ਅਮਰੀਕਨ ਫਾਊਂਡੇਸ਼ਨ, ਹਿੰਦੂ ਸਵੈਮ ਸੇਵਕ ਸੰਘ, ਧਾਰਮਿਕ ਫਾਊਂਡੇਸ਼ਨ, ਇੱਥੇ ਦਾ ਐਂਬੈਸਡਰ, ਕੋਈ ਵੀ ਸਾਡੇ ਸਿਟੀ ਦਾ ਕੋਈ ਮੇਅਰ ਆ, ਕੋਈ ਕਾਉਂਸਲ ਮੈਂਬਰ ਆ, ਉਹਨੇ ਸਾਰੇ ਲਾਮਬੰਦ ਕਰਕੇ ਤੇ ਕੈਲੀਫੋਰਨੀਆ ਸਕੂਲ ਬੋਰਡ ਨੂੰ ਜ਼ੋਰ ਪਾਇਆ ਵੀ ਤੁਸੀਂ ਇਹ ਗੱਲ ਨਾ ਪੜ੍ਹਾਓ ਅਮਰੀਕਾ ਦੇ ਸਕੂਲਾਂ ਵਿੱਚ ਵੀ ਗੁਰੂ ਨਾਨਕ ਨੇ ਕੋਈ ਵੱਖਰਾ ਧਰਮ ਚਲਾਇਆ ਸੀ, ਜਾਂ ਇਹ ਬੁੱਤ ਪੂਜਾ ਦੇ ਖਿਲਾਫ ਨੇ, ਜਾਂ ਇਹਨਾਂ ਨੇ ਬ੍ਰਾਹਮਣਿਕਲ ਆਰਡਰ ਸਿਸਟਮ ਤੇ ਅਟੈਕ ਕੀਤਾ, ਬੜੀਆਂ ਵਾਟਰ ਡਾਊਨ ਵਰਜ਼ਨਸ ਹਿੰਦੂਤਵਾ ਦਾ ਇਹ। ਸੋ ਗੱਲ ਇਹ ਆ ਵੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਜਿਹੜੀ RSS ਆ, ਕਾਂਗਰਸ ਆ, ਇਹਨਾਂ ਦੇ ਜਿਹੜੇ ਇਹਨਾਂ ਦੇ ਫੋਰਨ ਸੈਲਸ ਨੇ ਜਿਹੜੇ ਇੱਥੇ ਦੇ ਜੰਮੇ ਪਲੇ ਨੇ, ਚਾਹੇ ਉਹ ਡਾਕਟਰ ਆ, ਚਾਹੇ ਉਹ ਵਕੀਲ ਆ, ਚਾਹੇ ਉਹ ਕਾਂਗਰਸਮੈਨ ਆ, ਤੇ ਜਦੋਂ ਸਿੱਖੀ ਦੀ ਗੱਲ ਆਉਂਦੀ ਉਹ ਇੱਕ ਉਹਨਾਂ ਦਾ ਨਿਸ਼ਾਨਾ ਇੱਕ ਆ, ਉਹ ਸਾਰੇ ਇਕੱਠੇ ਹੁੰਦੇ ਨੇ ਤੇ ਇਹਨਾਂ ਨੂੰ ਬਿਲਕੁਲ ਕੋਈ ਕਦਰ ਨਹੀਂ ਗੀ ਸਿੱਖ ਫੌਜੀਆਂ ਦੀ ਕੁਰਬਾਨੀ ਦੀ। ਤੁਸੀਂ ਵੇਖਿਆ ਵੀ ਏਸ਼ੀਆ ਗੇਮਾਂ ਦੇ ਵਿੱਚ 1982 ਵਿੱਚ ਉਦੋਂ ਅੰਦੋਲਨ ਚੱਲ ਰਿਹਾ ਸੀ, ਇੱਕ ਸਿਵਲ ਰਾਈਟਸ ਦੀ ਪੀਸਫੁਲ ਮੂਵਮੈਂਟ ਚੱਲ ਰਹੀ ਸੀ। ਸੋ ਉਹਨਾਂ ਨੇ ਜਿਹੜਾ ਏਸ਼ੀਅਨ ਗਵਰਨਮੈਂਟਸ ਦਾ ਬੋਇਕਾਟ ਦਾ ਜਦੋਂ ਸੱਦਾ ਦਿੱਤਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਔਰ ਜੋ ਅਕਾਲੀ ਦਲ ਸੀ, ਇੱਥੇ ਵੀ ਓਲੰਪਿਕਸ ਦੇ ਵਿੱਚ ਆਮ ਹੀ ਪ੍ਰੋਟੈਸਟ ਚੱਲ ਰਿਹਾ, ਆਮ ਹੀ ਵੇਖਿਆ ਵੀ ਇਹ ਨੋਰਮਲ ਗੱਲ ਹੈ ਵੀ ਜਿੱਥੇ ਕੋਈ ਸਪੈਸ਼ਲ ਡੇ ਹੋਵੇ ਤੁਹਾਡੀ ਗੱਲ ਦੱਸਣ ਨੂੰ ਤੁਸੀਂ ਕੋਸ਼ਿਸ਼ ਕਰਦੇ ਉੱਥੇ ਪਹੁੰਚਣ ਨੂੰ ਜੀ। ਤੁਸੀਂ 1982 ਵਿੱਚ ਕਿਸੇ ਸਿੱਖ ਫੌਜੀ ਨੂੰ ਹਰਿਆਣਾ ਨਹੀਂ ਟੱਪਣ ਦਿੱਤਾ, ਦਿੱਲੀ ਗੇਮਾਂ ਨਹੀਂ ਵੇਖਣ ਦਿੱਤੀਆਂ। ਕੀ ਜਰਨੈਲ, ਕੀ ਕਰਨੈਲ, ਕੀ ਸ਼ਹੀਦਾਂ ਦਾ ਪਰਿਵਾਰ, ਕੀ ਕਿਸੇ ਫੌਜੀ ਸ਼ਹੀਦ ਦੀ ਮਾਂ, ਯਾਨੀ ਕਿ ਇਹ ਸਾਨੂੰ ਡੂੰਘੇ ਸਬਕ ਸਿਖਾ ਰਹੇ ਨੇ ਕਿ ਅਸੀਂ ਤੁਹਾਨੂੰ ਵਰਤਣਾ ਵਾ, ਅਸੀਂ ਤੁਹਾਡੀ ਬੇਇੱਜ਼ਤੀ ਵੀ ਕਰਨੀ ਆ, ਔਰ ਤੁਹਾਡੇ ਖੂਨ ਦੇ ਉੱਤੇ, ਤੁਹਾਡੀਆਂ ਕੁਰਬਾਨੀਆਂ ਦੇ ਉੱਤੇ ਅਸੀਂ ਹਿੰਦੂਤਵਾ ਧਰਮ ਬਣਾਉਣਾ, ਜਿਹਨੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਤੇ ਅਟੈਕ ਕਰਨਾ, ਤੁਹਾਡਾ ਮਲੀਆ ਮੇਟ ਕਰਨਾ, ਅਸੀਂ ਤੁਹਾਡਾ ਇੱਥੋਂ RSS ਨੇ ਤੁਹਾਡਾ ਇਤਿਹਾਸ ਹੀ ਕੇਵਲ ਖਤਮ ਨਹੀਂ ਕਰਨਾ, ਅਸੀਂ ਅਮਰੀਕਾ ਵਾਲੀਆਂ ਜਗ੍ਹਾ ਦੇ ਉੱਤੇ ਵੀ ਜਾ ਕੇ ਅਮਰੀਕਾ ਵਿੱਚ ਇੱਥੋਂ ਤਾਂ ਹੀ ਇਹਨਾਂ ਦੀ ਆਰਗੇਨਾਈਜੇਸ਼ਨਲ ਸਟਰਕਚਰ ਖਤਰਨਾਕ ਆ ਸਿੱਖਾਂ ਦੀ। ਏਸ਼ੀਆ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਕਾਂਗਰਸਮੈਨ ਬਣਿਆ ਅਮਰੀਕਾ ਵਿੱਚ ਏਸ਼ੀਅਨ, ਕੋਈ ਅਜੇ ਚਾਈਨੀਜ਼, ਫਿਲੀਪੀਨੋ, ਜੈਪਨੀਜ਼ ਕੋਈ ਕਾਂਗਰਸਮੈਨ ਨਹੀਂ ਸੀ ਬਣਿਆ। ਪਹਿਲਾਂ ਬਣਿਆ ਸੀ ਦਲੀਪ ਸਿੰਘ ਸੌਂਦ, ਅੰਮ੍ਰਿਤਸਰ ਤੋਂ ਨੇ ਆਪਣੇ ਸਿੱਖ ਭਰਾ ਬਣੇ 1950s ਦੇ ਵਿੱਚ।
ਬੜੇ ਮਾਣ ਵਾਲੀ ਗੱਲ ਅਮਰੀਕਾ ਵਿੱਚ ਵੀ ਏਸ਼ੀਆ ਤੋਂ ਸਭ ਤੋਂ ਪਹਿਲਾਂ ਕਾਂਗਰਸਮੈਨ ਇੱਕ ਏਸ਼ੀਅਨ ਬਣਿਆ, ਉਹ ਵੀ ਪੰਜਾਬੀ ਦੇ ਅੰਮ੍ਰਿਤਸਰ ਤੋਂ। ਇਹ ਕਹਿੰਦੇ ਵੀ ਉਹਦੇ ਨਾਲ ਸਿੱਖ ਵਰਡ ਨਾ ਲਾਓ, ਇਹ ਨਾ ਕਹੋ ਵੀ ਪਹਿਲਾ ਕਾਂਗਰਸਮੈਨ ਇੱਕ ਸਿੱਖ ਸੀ, ਜਿਹਦਾ ਉਹਦਾ ਅੰਤਮ ਸੰਸਕਾਰ ਹੋਇਆ ਉਹ ਵੀ ਸਿੱਖ ਰੋਹ ਰੀਤਾਂ ਦੇ ਮੁਤਾਬਕ ਹੋਇਆ, ਗੁਰੂ ਘਰਾਂ 'ਚ ਹੋਇਆ। ਜਿਹੜਾ ਆਪ ਬੰਦਾ ਕਹਿੰਦਾ ਮੈਂ ਸਿੱਖ ਹਾਂ ਤੇ ਮੇਰਾ ਅੰਤਮ ਅਰਦਾਸ ਸਿੱਖੀ, ਉਹਨੂੰ ਚੈਲੰਜ ਕਰ ਰਹੇ ਨੇ ਵੀ ਇੱਥੇ ਅਮਰੀਕਨ ਲੋਕਾਂ ਨੂੰ ਜਿਹੜੇ ਵਰਡ ਸਿੱਖ ਆ। ਹਾਂਜੀ, ਸੋ ਜਿਹੜਾ ਕੋਈ ਸਿੱਖ ਫੌਜੀ ਰਿਟਾਇਰ ਆ, ਜਿਹੜੀਆਂ ਮਾਵਾਂ ਭੈਣਾਂ ਸਾਡੀਆਂ ਗੱਲਾਂ ਸੁਣ ਰਹੀਆਂ ਨੇ, ਵੇਖੋ ਤੁਸੀਂ ਇੱਕ ਡਿਊਟੀ ਕਰਦੇ ਵੱਖਰੀ ਗੱਲ ਆ, ਇਹ ਸਾਡੀ ਧਰਮ ਦੀ ਲੜਾਈ ਨਹੀਂ ਗੀ। ਜਿਹੜਾ ਨਿਸ਼ਾਨ ਸਾਹਿਬ ਆ ਇਹ ਇੱਕ ਯੂਨੀਵਰਸਲ ਸਾਡਾ ਹੈਗਾ ਸਿੰਬਲ ਓਵਰ ਦ ਹੋਲ ਹਿਊਮੈਨਿਟੀ, ਹਿਊਮਨਹੁੱਡ। ਹਾਂਜੀ, ਇਹ ਕਦੀ ਵੀ ਨਹੀਂ ਅਸੀਂ ਐਕਸੈਪਟ ਕਰਾਂਗੇ ਤੇ ਨਾ ਕਿਸੇ ਫੌਜੀ ਨੂੰ ਐਕਸੈਪਟ ਕਰਨਾ ਚਾਹੀਦਾ ਵੀ ਜਿਹੜਾ ਇਹ ਨਿਸ਼ਾਨ ਸਾਹਿਬ ਆ ਇਹ ਹਿੰਦੂਤਵਾ ਦਾ ਇੱਕ ਹੈਗਾ ਵਾ ਵੈਪਨ, ਜਦੋਂ ਮਰਜ਼ੀ ਯੂਜ਼ ਕਰੇ, ਜਦੋਂ ਮਰਜ਼ੀ ਸੁੱਟ ਲੈ, ਜਦੋਂ ਮਰਜ਼ੀ ਜੋ ਮਰਜ਼ੀ ਇਹ ਕਰਨਾ ਚਾਹੇ। ਸੋ ਹੋਪਫੁਲੀ ਆ ਜਿਹੜਾ ਪ੍ਰੋਗਰਾਮ ਅਸੀਂ ਕਰ ਰਹੇ ਹਾਂ, ਜਿਹੜੀ ਸਿੱਖ ਜਿਹੜਾ ਦੇਖੋ ਜਦੋਂ ਤੁਸੀਂ ਆਪਣੀ ਡਿਊਟੀ ਕਰ ਰਹੇ ਲੜਨੇ ਫਿਰ ਤੁਸੀਂ ਲੜੋ, ਪਰ ਗੁਰੂ ਦੀ ਜਿਹੜੀ ਸਪਿਰਿਟ ਆ ਜਿਹਦੇ ਕਰਕੇ ਤੁਹਾਨੂੰ ਇਹ ਸ਼ਕਤੀ ਆਉਂਦੀ ਆ, ਉਦੋਂ ਫੌਜੀ ਸਾਹਮਣੇ ਵੇਖੇ ਵੀ ਮੇਰੇ ਗੁਰੂ ਦਾ ਕੀ ਅਸਰ ਕਰ ਰਹੇ ਆ, ਸਾਡੇ ਧਰਮ ਸਥਾਨਾਂ ਤੇ ਕਿੱਦਾਂ ਅਟੈਕ ਕਰ ਰਹੇ ਨੇ, ਜਿਹੜੇ ਅਸੀਂ ਕੁਰਬਾਨੀ ਕਰਦੇ ਆ ਉਹ ਸਾਡੀ ਇਹਨਾਂ ਦੀ ਕਿੰਨੀ, ਸਾਡੇ ਜਿਹੜੇ ਤੁਹਾਡੇ ਸੀਨੀਅਰ ਅਫਸਰ ਨੇ ਕੱਲ ਨੂੰ ਤੁਹਾਡੀ ਵਾਰੀ ਆਉਣੀ ਆ, ਉਹਨਾਂ ਦੀਆਂ ਪੱਗਾਂ ਲਵਾਈਆਂ, ਉਹਨਾਂ ਦੇ ਕੱਪੜੇ ਲਵਾਏ, ਉਹਨਾਂ ਨੂੰ ਜਲੀਲ ਕੀਤਾ, ਧੀਆਂ ਭੈਣਾਂ ਦੀਆਂ ਗਾਲਾਂ ਕੱਢੀਆਂ। ਬਥੇਰਾ ਕਹਿੰਦੇ ਰਹੇ ਵੀ ਅਸੀਂ ਫਲਾਨੀ ਫੌਜ 'ਚ ਜੰਗ ਲੜੇ ਆ ਸਾਡੇ ਫੀਤੇ ਵੇਖੋ, ਅਸੀਂ ਚੀਨ ਦੀ ਲੜਾਈ 'ਚ ਆ, ਉਹਨਾਂ ਨੇ ਮਾਵਾਂ ਭੈਣਾਂ ਦੀਆਂ ਜਾਟਾਂ ਨੇ ਗਾਲਾਂ ਕੱਢ ਕੇ ਤੇ ਬੰਦੇ ਕੁਝ ਮੋੜ ਤੇ ਕੋਈ ਪੱਗਾਂ ਲਵਾਈਆਂ। ਐਡੀ ਵੱਡੀ ਇਨਸਲਟ ਜਿਸ ਕੌਮ ਦੀ ਹੋ ਜੇ, ਉਹ ਫੌਜੀ ਕਿਸ ਤਰੀਕੇ ਨਾਲ ਇਮਾਨਦਾਰੀ ਨਾਲ ਆਪਣੀ ਮੋਰਲ ਓਬਲੀਗੇਸ਼ਨਸ ਪੂਰੇ ਕਰ ਸਕਦਾ। ਯੂ ਆਰ ਅ ਪੇਡ ਸੋਲਜਰ, ਦੈਟਸ ਫਾਈਨ, ਪਰ ਨਿਸ਼ਾਨ ਸਾਹਿਬ ਜਿਹੜਾ ਲਾਉਣਾ ਕਿ ਸਾਡੀ ਗਲੋਬਲ ਅਟੈਕ ਆ ਸਿੱਖੀ ਦੇ ਉੱਤੇ। ਜੀ, ਮੈਂ ਇਸ ਤੋਂ ਅੱਗੇ ਚੱਲੀ ਗਿਆ ਸੀ, ਇੱਕ ਛੋਟਾ ਜਿਹਾ ਇੱਕ ਬ੍ਰੇਕ ਲੈਦੇ ਹਾਂ। ਬ੍ਰੇਕ ਤੋਂ ਬਾਅਦ ਅਸੀਂ ਫਿਰ ਵਿਚਾਰ ਕਰਾਂਗੇ ਗਰੇਵਾਲ ਜੀ ਨਾਲ। ਗਰੇਵਾਲ ਜੀ, ਬ੍ਰੇਕ ਤੋਂ ਬਾਅਦ ਅਸੀਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕੀ ਭਾਰਤ ਦੇ ਸਿੱਖਾਂ ਨੂੰ ਭਾਰਤ ਦੀ ਫੌਜ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਵੇ, ਜਿੱਥੇ ਕਿ ਦੇਖਿਆ ਜਾਏ ਕਿ ਗੁਜਰਾਤ ਜਿੱਦ ਕਿ ਪੂਰੀ ਦੁਨੀਆ ਨੂੰ ਇੱਕ ਮਾਡਲ ਦੇ ਰੂਪ ਤੇ ਦਿਖਾਇਆ ਜਾ ਰਿਹਾ ਵੇ, ਉੱਥੋਂ ਦਾ ਇੱਕ ਵੀ ਬਾਸ਼ਿੰਦਾ ਫੌਜ ਵਿੱਚ ਨਹੀਂ ਹੈ, ਪਰ ਸਿੱਖ ਜਿਹੜਾ ਹੈਗਾ ਜਿੱਦੇ ਪੰਜਾਬ ਨੂੰ ਰੋਜ਼ ਡੀਗ੍ਰੇਡ ਕੀਤਾ ਜਾ ਰਿਹਾ ਵੇ, ਉਹਦੇ ਸਾਰੇ ਦੇ ਸਾਰੇ ਬਸ਼ਿੰਦੇ ਉਹਨਾਂ ਦੇ ਨਾਮ ਤੇ ਇੱਕ ਰੈਜੀਮੈਂਟ, ਇੱਕ ਸਿੱਖ ਰੈਜੀਮੈਂਟ ਵੀ ਹੈ ਤੇ ਪੰਜਾਬ ਰੈਜੀਮੈਂਟ ਵੀ ਹੈ। ਅਸੀਂ ਇਸ ਵਿਸ਼ੇ ਤੇ ਗੱਲ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। 5K ਇੱਕ ਐਸੀ ਆਵਾਜ਼ ਜਿਸਨੇ ਕੂਕ ਸੁੱਤੀ ਪਈ ਕੌਮ ਨੂੰ ਝੰਜੋੜ ਦਿੱਤਾ। ਅਬ ਮਨ ਜਾਗਤ ਰਹੋ ਰੇ ਭਾਈ। 5K ਇੱਕ ਐਸੀ ਆਵਾਜ਼ ਜਿਸਨੇ ਬੋਲੇ ਹੋ ਚੁੱਕੇ ਨਿਜ਼ਾਮ ਨੂੰ ਨਿਚੋੜ ਕੇ ਰੱਖ ਦਿੱਤਾ। ਬਾਣੀ ਵਜੀ ਚੋਜੂਗੀ ਸੱਚੋ ਸੱਚ ਸੁਣਾਏ। 5K ਇੱਕ ਐਸਾ ਚੈਨਲ ਜਿਸਨੇ ਬਾਬਰ ਨੂੰ ਜਾਬਰ ਕਹਿਣ ਤੋਂ ਗੁਰੇਜ਼ ਨਹੀਂ ਕੀਤਾ। 5K ਇੱਕ ਐਸੀ ਆਵਾਜ਼ ਜਿਸਨੇ ਬੇਖੌਫ ਹਾਕਮਾਂ ਨੂੰ ਖੌਫ ਨਾਲ ਭਰ ਦਿੱਤਾ, ਕਿਉਂਕਿ ਟੇਕ ਸੱਚ ਦੀ ਸੀ। ਸੱਚੇ ਸਾਹਿਬ ਕੀ ਮਨ ਮੇਂ ਟੇਕ। 5K ਦੀ ਖਬਰ ਬੇਖਬਰਾਂ ਨੂੰ ਖਬਰਦਾਰ ਕਰਦੀ ਹੈ। 5K ਦੀ ਕਲਮ ਝੂਠ ਦਾ ਸਰ ਕਲਮ ਕਰਦੀ ਹੈ। 5K ਚੈਨਲ ਸਾਡੇ ਸਾਰਿਆਂ ਦਾ ख्वाब ਹੈ। 5K ਚੈਨਲ ਨਾਨਕ ਦਾ ਇਨਕਲਾਬ ਹੈ। ਆਓ ਰਲ ਕੇ 5K ਨੂੰ ਮਜ਼ਬੂਤ ਬਣਾਈਏ, ਕਤਰਾ ਕਤਰਾ ਹਿੱਸਾ ਪਾ ਕੇ ਆਪਣਾ ਇੱਕ ਦਰਿਆ ਬਣਾਈਏ। ਆਓ ਆਪਣੇ ਦਸਵੰਧ ਦੀ ਮੁਹਾਰ ਨੂੰ ਬਦਲੀਏ, ਉਸਾਰੀਏ ਆਪਣਾ ਮੀਡੀਆ, ਸੁਚੱਜੇ ਸਮਾਜ ਨੂੰ ਘੜੀਏ। 5K ਬ੍ਰੌਡਕਾਸਟਿੰਗ ਨੂੰ ਸਾਰਿਆਂ ਦੇ ਹੱਕਾਂ ਲਈ ਸਾਰਿਆਂ ਦੀ ਸਾਥ ਦੀ ਲੋੜ ਹੈ। ਆਓ ਆਪਣਾ ਥੋੜਾ ਥੋੜਾ ਹਿੱਸਾ ਪਾਈਏ ਤੇ ਆਪਣੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਈਏ। ਜੀ ਗਰੇਵਾਲ ਜੀ, ਤੁਹਾਡਾ ਕੀ ਟੇਕ ਹੈ ਇਸ ਗੱਲ ਦੇ ਉੱਤੇ? ਕੀ ਪੰਜਾਬੀਆਂ ਨੂੰ, ਕੀ ਸਿੱਖਾਂ ਨੂੰ ਸਪੈਸ਼ਲੀ ਫੌਜ ਦੇ ਵਿੱਚ ਹੋਣਾ ਚਾਹੀਦਾ ਵੇ? ਪਹਿਲੀ ਇੱਕ ਗੱਲ ਮੈਂ ਜਿਹੜੀ ਭਿੰਡਰ ਸਾਹਿਬ ਨੇ ਕੀਤੀ, ਉਹਨਾਂ ਨੇ ਇੱਕ ਬਹੁਤ ਹੀ ਸੋਹਣੇ ਸਵਾਲ ਉਠਾਏ ਨੇ। ਉਹਦੇ ਵਿੱਚ ਇੱਕ ਗੱਲ ਮੈਂ ਹੋਰ ਐਡ ਕਰਨੀ ਚਾਹਾਂ। ਹੁਣ ਇਹਨਾਂ ਲੋਕਾਂ ਨੇ ਹੋਰ ਵੀ ਇੱਕ ਸਟੈਪ ਅੱਗੇ ਚਲੇ ਗਏ ਨੇ। ਵੈਸਟਰਨ ਵਰਲਡ ਦੇ ਵਿੱਚ ਹੁਣ ਇਹਨਾਂ ਨੇ ਇਹ ਪ੍ਰਚਾਰਨਾ ਸ਼ੁਰੂ ਕਰਤਾ ਕਿ ਜਿਹੜੀ ਸਿੱਖੀਜ਼ਮ ਆ, ਜਿਹੜੀ ਸਿੱਖਿਆ ਦੀ ਥਿਉਰੀ ਆ, ਉਹ ਇਹ ਕਹਿ ਰਹੇ ਨੇ ਕਿ ਉਹ ਹਿੰਦੂਇਜ਼ਮ ਦੀ ਥਿਉਰੀ ਆ, ਉਹ ਹਿੰਦੂਇਜ਼ਮ ਆ। ਤੇ ਜਿਹੜੀ ਇਹਨਾਂ ਦਾ ਕਰੈਪ ਆ, ਗੰਦ, ਉਹ ਇਹ ਕਹਿ ਰਹੇ ਨੇ ਕਿ ਇਹ ਸਿੱਖਾਂ ਦਾ। ਮਤਲਬ ਇਸ ਲੈਵਲ ਤੱਕ ਇਹ ਪ੍ਰਚਾਰਨਾ ਹੁਣ ਸ਼ੁਰੂ ਹੋ ਚੁੱਕਿਆ। ਰਾਈਟ। ਹਾਂਜੀ। ਦੂਜੀ ਗੱਲ ਰਹੀ ਕਿ ਸਿੱਖਾਂ ਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਆ,
ਪੰਜਾਬ ਦੇ ਵਿੱਚ ਮਤਲਬ ਸਾਡੇ ਕੋਲ ਇੰਸਟੀਟਿਊਸ਼ਨਸ ਸੀਗੀਆਂ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਤੇ ਅਕਾਲੀ ਦਲ ਸੀ। ਸਾਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ, ਜਿੰਨਾ ਚਿਰ ਸਾਡੇ ਸਿੱਖਾਂ ਨੂੰ ਪਿੰਡ ਲੈਵਲ ਦੇ ਉੱਤੇ, ਇਕਾਈ ਲੈਵਲ ਦੇ ਉੱਤੇ ਸਿੱਖੀ ਬਾਰੇ ਨਹੀਂ ਦੱਸਣਗੇ, ਸਿੱਖਾਂ ਦੇ ਕਨਸੈਪਟ ਤੱਕ ਨਹੀਂ ਦੱਸਣਗੇ, ਸਾਡਾ ਫਿਊਚਰ ਕਿਵੇਂ ਆ, ਕਿਹੋ ਜਿਹਾ ਹੋਣਾ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਉਨੀ ਦੇਰ ਤੱਕ ਤੁਸੀਂ ਇਹਨਾਂ ਚੀਜ਼ਾਂ ਨੂੰ ਰੋਕ ਨਹੀਂ ਸਕਦੇ। ਹੁਣ ਕੱਲ ਜਾਂ ਪਰਸੋਂ ਇੱਕ ਵੀਡੀਓ ਘੁੰਮ ਰਹੀ ਸੀ, ਕੋਈ ਗੁਰਪਤਵੰਤ ਪੰਨੂ ਨਾਮ ਦਾ ਬੰਦਾ, ਜਿਹੜਾ ਕਿ ਸਿੱਖਸ ਫॉर ਜਸਟਿਸ ਦਾ, ਪਤਾ ਨਹੀਂ ਕੌਣ ਆ ਕੌਣ ਨਹੀਂ, ਉਹ ਕਹਿ ਰਿਹਾ ਸੀ ਕਿ ਮੈਂ ਸਿੱਖ ਫੌਜੀਆਂ ਨੂੰ ਰਿਕੁਐਸਟ ਕਰ ਰਿਹਾ ਸੀ, ਉਹ ਬੇਨਤੀ ਕਰ ਰਿਹਾ ਸੀ ਕਿ ਜਿੰਨਾ ਤਨਖਾਹ ਤੁਹਾਨੂੰ ਭਾਰਤ ਦੀ ਸਰਕਾਰ ਵੱਲੋਂ ਮਿਲਦੀ ਆ, ਉਸ ਤੋਂ 5000 ਰੁਪਇਆ ਮੈਂ ਵੱਧ ਦਊਂਗਾ, ਤੁਸੀਂ ਭਾਰਤ ਦੀ ਫੌਜ ਵਾਸਤੇ ਨਾ ਲੜੋ, ਤੁਸੀਂ ਸਿੱਖ ਕਾਜ਼ ਲਈ ਲੜੋ। ਸੋ ਕਿਸੇ ਸਿੱਖ ਵੱਲੋਂ ਇਹ ਮੇਰੇ ਖਿਆਲ ਦੇ ਵਿੱਚ ਇਸ ਦੇ ਉੱਤੇ ਹੋਰ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਮਤਲਬ ਇੱਕ ਵਧੀਆ ਸੁਝਾਅ ਉਹਨੇ ਦਿੱਤਾ ਕਿ 20-25 ਹਜ਼ਾਰ ਰੁਪਏ ਪਿੱਛੇ ਤੁਸੀਂ ਆਪਣੀਆਂ ਜਾਨਾਂ ਵਾਰ ਰਹੇ ਹੋ, ਰਾਈਟ। ਤੁਹਾਡੀ ਜਿਹੜੀ ਜਾਨ ਆ ਉਹ 20-25 ਹਜ਼ਾਰ ਰੁਪਏ ਨਾਲੋਂ ਕਿਤੇ ਵੱਧ ਕੀਮਤੀ ਆ। ਤੁਸੀਂ ਪੀਸਫੁਲ ਡੈਮੋਨਸਟ੍ਰੇਸ਼ਨ ਵੀ ਕਰੋ ਔਰ ਤਨਖਾਹਾਂ ਵੱਧ ਵੀ ਲਓ, ਤਾਂ ਸਿੱਖ ਜਿਹੜਾ ਯੂਥ ਆ ਜਾਂ ਸਿੱਖ ਜਿਹੜੇ ਫੌਜੀ ਨੇ, ਉਹਨਾਂ ਨੂੰ ਇਸ ਪਾਸੇ ਆਉਣਾ ਚਾਹੀਦਾ, ਨਾ ਕਿ ਫਿਰ ਉਹ ਗੋਲੀ ਦਾ ਸਾਹਮਣਾ ਕਰਨ। ਜਿਹੜੀ ਤੁਸੀਂ ਹੋਰ ਦੇਖੋ 2-3 ਚੀਜ਼ਾਂ ਜਿਹੜੀਆਂ ਕਿ ਸਿੱਖ ਫੌਜੀਆਂ ਦੇ ਬਾਬਤ ਸਾਨੂੰ ਡਿਸਕਸ ਕਰਨੀਆਂ ਚਾਹੀਦੀਆਂ ਨੇ, ਜੇ ਤੁਸੀਂ ਮੈਨੂੰ ਟਾਈਮ ਦਿਓ ਤਾਂ ਮੈਂ ਤੁਹਾਡੇ ਨਾਲ ਉਹ ਵੀ ਸਾਂਝੇ ਕਰਨਾ। ਇਹਨਾਂ ਨੇ ਨਾਰਦਰਨ ਕਮਾਂਡ ਦਾ ਮੁਖੀ ਜਨਰਲ ਰਣਵੀਰ ਸਿੰਘ ਨੂੰ ਬਣਾਇਆ ਸੀ ਜੀ। ਕਾਫੀ ਚੰਗੇ ਜਨਰਲ ਨੇ, ਉਹ ਵੈਲ ਨੋਨ, ਉਹਨਾਂ ਦੀ ਪਰਸਨੈਲਿਟੀ ਆ, ਫੌਜ ਦੇ ਵਿੱਚ ਬੜੇ ਸਤਿਕਾਰੇ ਜਾਣ ਵਾਲੇ ਬੰਦੇ ਨੇ। ਡਿਊਰਿੰਗ ਉਹਨਾਂ ਦੀ ਟੈਨਿਓਰ ਦੇ ਉਹਨਾਂ ਦੇ ਉੱਤੇ 2 ਵਾਰ ਅਟੈਂਪਟਸ ਹੋਈਆਂ, ਉਹਨਾਂ ਦੀ ਜਾਨ ਦੇ ਉੱਤੇ 2 ਅਟੈਂਪਟਸ ਹੋਈਆਂ। ਕੀ ਕਦੇ ਉਸ ਦੀ ਕੋਈ ਐਨਾਲਿਸਿਸ ਕੀਤੀ ਗਈ, ਕੀ ਕਦੇ ਉਸ ਦੀ ਇਨਵੈਸਟੀਗੇਸ਼ਨ ਕੀਤੀ ਗਈ ਕਿ ਉਹਨਾਂ ਦੀ ਉੱਤੇ ਜਾਨਲੇਵਾ ਹਮਲੇ ਕਿਉਂ ਹੋਏ? ਜਿਹੜਾ ਅਖੀਰਲਾ ਹਮਲਾ ਉਹਨਾਂ ਦੀ ਜਾਨਲੇਵਾ ਹੋਇਆ, ਉਹਨਾਂ ਦਾ ਹੈਲੀਕਾਪਟਰ ਕ੍ਰੈਸ਼ ਹੋਇਆ, ਉਸ ਤੋਂ ਬਾਅਦ ਉਹ ਕਿਤੇ ਨਜ਼ਰ ਨਹੀਂ ਆਏ। ਸ਼ਾਇਦ ਇੱਕ ਅੱਧੀ ਕੋਈ ਵੀਡੀਓ ਉਹਨਾਂ ਦੇ ਉੱਪਰ ਬੋਡੀ ਦੀ ਕਿਤੇ ਦਿਖਾਈ ਗਈ ਹੋਵੇ, ਅਦਰਵਾਈਜ਼ ਉਹ ਕਿਤੇ ਨਜ਼ਰ ਨਹੀਂ ਆਏ। ਤੇ ਫਿਰ ਉਹਨਾਂ ਨੂੰ ਸ਼ਾਇਦ 1 ਫਰਵਰੀ ਨੂੰ, ਐਸੇ ਸਾਲ ਦੀ 1 ਫਰਵਰੀ ਨੂੰ ਅਨਐਕਸਪੈਕਟਡਲੀ ਰਿਟਾਇਰ ਕਰ ਦਿੱਤਾ ਗਿਆ। ਨਾਰਮਲੀ ਜਦੋਂ ਲੈਫਟੀਨੈਂਟ ਲੈਵਲ ਦਾ ਕੋਈ ਵੀ ਜਰਨੈਲ ਰਿਟਾਇਰ ਹੁੰਦਾ ਨਾ, ਬਕਾਇਦਾ ਉਹਦਾ ਇੱਕ ਫੰਕਸ਼ਨ ਕੀਤਾ ਜਾਂਦਾ, ਸਲਾਮੀ ਲਈ ਜਾਂਦੀ ਆ, ਉਸ ਦੀਆਂ ਵੀਡੀਓਜ਼ ਬਣਦੀਆਂ ਨੇ। ਕੀ ਕਦੇ ਜਨਰਲ ਰਣਵੀਰ ਸਿੰਘ ਦੀ ਕੋਈ ਵੀਡੀਓ ਬਣੀ? ਸੋ ਜੇ ਤੁਹਾਡੇ ਜਰਨਲ ਲੈਵਲ ਦੇ ਬੰਦਿਆਂ ਨਾਲ ਇਹ ਕੁਝ ਹੋ ਰਿਹਾ, ਤਾਂ ਆਮ ਫੌਜੀ ਨਾਲ ਕੀ ਹੋ ਰਿਹਾ ਹੋਊਗਾ? ਦੂਜਾ ਸਵਾਲ ਹੁਣ ਕਸ਼ਮੀਰ ਦੇ ਬਾਬਤ ਤੇ ਬਣਦਾ ਕਿ ਨਿਹੱਥੇ ਫੌਜੀਆਂ ਨੂੰ ਇਹ ਹੁਕਮ ਦਿੱਤਾ ਗਿਆ ਕਿ ਚੀਨ ਨਾਲ ਲੜੋ। ਪਹਿਲਾਂ ਉਹਨਾਂ ਦੇ ਹਥਿਆਰ ਸੁਟਵਾਏ ਗਏ, ਫਿਰ ਉਹਨਾਂ ਨੂੰ ਚੀਨ ਦੀ ਫੌਜ ਵੱਲ ਧੱਕ ਦਿੱਤਾ ਗਿਆ ਕਿ ਜਾਓ ਤੁਸੀਂ ਜਾ ਕੇ ਉੱਥੇ ਕਬਜ਼ਾ ਕਰੋ। ਫਿਰ ਚੀਨ ਦੀ ਫੌਜ ਨੇ ਉਹ ਕੁੱਟੇ। ਅਸਲ ਦੇ ਵਿੱਚ ਚੀਨ ਦੀ ਫੌਜ ਨੂੰ ਜਿਹੜੇ ਬੰਦੇ ਦੇ, ਜਿਸ ਕਮਾਂਡਰ ਨੇ ਇਹ ਆਦੇਸ਼ ਦਿੱਤੇ, ਇਹ ਹੁਕਮ ਦਿੱਤਾ ਕਿ ਤੁਸੀਂ ਚੀਨ ਦੀ ਫੌਜ ਤੇ ਚੜੋ, ਉਸ ਕਮਾਂਡਰ ਨੇ ਚੀਨ ਦੀ ਫੌਜ ਨੂੰ ਪਹਿਲਾਂ ਦੱਸਿਆ ਹੋਇਆ ਸੀ ਕਿ ਸਾਡੇ ਫੌਜੀ ਆ ਰਹੇ ਨੇ। ਸੋ ਚੀਨ ਨੇ ਪਹਿਲਾਂ ਹੀ ਤਿਆਰ ਸੀ, ਉਹਨਾਂ ਨੇ ਕੁੱਟਮਾਰ ਕੀਤੀ। ਭਾਰਤ ਦੇ ਮੀਡੀਆ ਵਿੱਚ, ਚਾਹੇ ਦੇਸ਼ ਦਾ ਚਾਹੇ ਵਿਦੇਸ਼ ਦਾ, ਕਿਸੇ ਨੇ ਇਸ ਚੀਜ਼ ਦੇ ਉੱਤੇ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੁਕਮ ਕਿਹਨੇ ਦਿੱਤਾ। ਹੋਣਾ ਤਾਂ ਇਹ ਚਾਹੀਦਾ ਸੀ, ਪਹਿਲੀ ਗੱਲ ਤਾਂ ਇਹ ਹੈ ਕਿ ਬਾਰਡਰ ਦੇ ਉੱਤੇ ਕਦੇ ਫੌਜ ਨਿਹੱਥੀ ਹੋਈ ਆ? ਤੁਸੀਂ ਥੋੜਾ ਜਿਹਾ ਐਗਜ਼ਾਮਪਲ ਲੈ ਕੇ ਦੇਖੋ ਵੀ ਪੰਜਾਬ ਦੇ ਬਾਰਡਰ ਦੇ ਉੱਤੇ ਭਾਰਤ ਦੀ ਫੌਜ ਨਿਹੱਥੀ ਖੜੀ ਆ। ਪਾਕਿਸਤਾਨ ਦੇ ਸੈਨਿਕ ਤਾਂ ਰੋਜ਼ ਆ ਕੇ